उन्होंने कहा जी कि एक भी गंदे पानी का तुपका जोड़ा है वो दरिया का नहीं होने दिता जाऊगा। वो भगवंत सिंह मान जी ने शायद असी तो बुढ़े दरिया के उत्ते 15 साल तो काम कर रहे हैं जी। उन्होंने शायद नवा ये मतलब गल्लां सुननियां शुरू की जिहड़ी चीज़ पॉसीबल ही नहीं है वो बारे जो कोई अश्योरेंस दे रहे वो तो यही गल होगी कि बिल्ले के सामने असीं दुध का छन्ना रख देंगे तो मैं गारंटी देना वो मूँह नहीं मारेगा। तो असीं इदां दा रिस्क ले ही नहीं सकते, असीं इहो जिहे विश्वास नहीं कर ही नहीं सकते। सानू तो जी किसान जथेबंदियां ने सिखाता, इन्ना ही दस सकते हैं, इस तो ज़्यादा असीं कहना नहीं चाहते। PM मित्रा स्कीम का जो तुसीं नोटिफिकेशन पढ़ो ਉਹਦਾ ऑब्जेक्टिव ही ये कहता है कि यूनाइटेड नेशन के सस्टेनेबल डिवेलपमेंट गोल्स वास्ते असीं ये स्कीम बना रहे हैं। कि भाई किहड़ी सस्टेनेबल डिवेलपमेंट जो तुसीं इहो जिहे इलाके दे उजाड़ता लिया के तां। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ। ਜੇਕਰ ਗੱਲ ਕੀਤੀ ਜਾਵੇ ਸਤਲੁਜ ਦੇ ਕੰਢੇ ਬੰਨ ਨਾਲੇ ਮੱਤੇਵਾੜਾ ਟੈਕਸਟਾਈਲ ਪਾਰਕ ਦੀ ਤਾਂ ਲਗਾਤਾਰ ਇਸ ਦਾ ਮੁੱਦਾ ਜਿਹੜਾ ਉਹ ਗਰਮਾਉਂਦਾ ਜਾ ਰਿਹਾ। ਜੇਕਰ ਗੱਲ ਕੀਤੀ ਜਾਵੇ ਸੰਸਦ ਦੇ ਵਿੱਚ ਵੀ ਜਿਹੜਾ ਬੀਤੇ ਦਿਨ ਵਿਧਾਨ ਸਭਾ ਦਾ ਸੈਸ਼ਨ ਹੋਇਆ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਲੈ ਕੇ CM ਭਗਵੰਤ ਮਾਨ ਬੋਲਦੇ ਵੀ ਨਜ਼ਰ ਆਏ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਬੀਤੇ ਦਿਨਾਂ ਦੀ ਤਾਂ ਜਦੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਭਗਵੰਤ ਮਾਨ ਦੀ ਸਰਕਾਰ ਦੇ ਕਈ ਨੁਮਾਇੰਦੇ ਉਸ ਮੱਤੇਵਾੜਾ ਦੇ ਜੰਗਲਾਂ ਦੇ ਵਿੱਚ ਪਹੁੰਚਦੇ ਨੇ, ਉਸ ਦੇ ਨਾਲ ਵਹਿੰਦੀ ਜਿਹੜੀ ਸਤਲੁਜ ਹੈ ਉਸ ਦੇ ਪਾਣੀ ਦਾ ਨਿਰੀਖਣ ਕਰਦੇ ਨੇ। ਤੇ ਉਸ ਟਾਈਮ ਤੇ ਇਹ ਗੱਲਾਂ ਵੀ ਸਾਹਮਣੇ ਆਈਆਂ ਸਨ ਕਿ ਸ਼ਾਇਦ ਇੱਥੇ ਕਿਸੇ ਵੀ ਤਰੀਕੇ ਦੀ ਇੰਡਸਟਰੀ ਨਹੀਂ ਲੱਗਣੀ ਚਾਹੀਦੀ ਕਿਉਂਕਿ ਮੱਤੇਵਾੜਾ ਟੈਕਸਟਾਈਲ ਪਾਰਕ ਜਿਹੜਾ ਉਹ ਕਾਫੀ ਸਮੇਂ ਤੋਂ ਪ੍ਰਪੋਜ਼ ਕੀਤਾ ਗਿਆ। ਪਰ ਹੁਣ PAC ਵੱਲੋਂ ਇਸ ਦੇ ਕਈ ਨੁਕਸਾਨ ਦੱਸੇ ਜਾ ਰਹੇ ਨੇ ਅਤੇ PAC ਵੱਲੋਂ ਇੱਕ ਵੱਡਾ ਪ੍ਰੋਗਰਾਮ ਵੀ ਉਲੀਕਿਆ ਗਿਆ ਇਸ ਦੇ ਵਿਰੋਧ ਦੇ ਵਿੱਚ। ਇਸ ਬਾਬਤ ਸਾਡਾ ਗੱਲ ਕਰਨ ਲਈ PAC ਦੇ ਮੈਂਬਰ ਜਸਕੀਰਤ ਸਿੰਘ ਮੌਜੂਦ ਨੇ, ਗੱਲਬਾਤ ਕਰ ਰਹੇ ਨੇ। ਸੋ ਜਸਕੀਰਤ ਸਿੰਘ ਜੀ, ਕੀ ਲੱਗਦਾ ਹੈ ਜਿਹੜਾ ਤੁਸੀਂ ਅੱਜ ਇੱਕ ਮੁੱਦਾ ਲੈ ਕੇ ਇੱਥੇ ਪਹੁੰਚੇ ਹੋ, ਮੱਤੇਵਾੜਾ ਟੈਕਸਟਾਈਲ ਪਾਰਕ ਦਾ ਮੁੱਦਾ ਲੈ ਕੇ ਇੱਥੇ ਪਹੁੰਚੇ ਹੋ, ਕੀ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਫਿਰ ਆਪਾਂ ਜਾਣਨਾ ਚਾਹਾਂਗੇ ਕਿ ਇਸ ਵਕਤ ਸਤਲੁਜ ਦੇ ਪਾਣੀ ਦਾ ਕੀ ਹਾਲ ਹੈ ਜਿਸ ਕਰਕੇ ਇਸ ਦਾ ਇੰਨਾ ਜ਼ਿਆਦਾ ਜਿਹੜਾ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੋਇਆ? देखो सतलुज के पानियां दाता जी कई दहाकियां तो पंजाब ने उसकी सार नहीं लिती जी। ਉਹਦੇ ਵਿੱਚ 4 ਵੱਡੀਆਂ ਗੰਦੀਆਂ ਡਰੇਨਾਂ ਗਿਰਦੀਆਂ। ਪਹਿਲਾਂ ਸਭ ਤੋਂ ਪਹਿਲਾਂ ਭੱਟੀਆਂ ਦੀ ਡਰੇਨ ਲੁਧਿਆਣੇ ਦੇ ਨੇੜੇ, ਫਿਰ 20 ਕਿਲੋਮੀਟਰ ਬਾਅਦ ਬੁੱਢਾ ਨਾਲਾ, ਉਸ ਤੋਂ ਬਾਅਦ ਇੱਕ ਕਾਲਾ ਸੰਘਿਆ ਡਰੇਨ ਜਲੰਧਰ ਤੋਂ ਚੱਲਦਾ ਹੈ ਤੇ ਇੱਕ ਚਿੱਟੀ ਵੇਈ। ਇਹ ਸਾਰੇ ਦੇ ਸਾਰੇ ਡਰੇਨਾਂ ਜਿਹੜੀਆਂ ਉਹਦੇ ਵਿੱਚ ਪੈ ਜਾਂਦੀਆਂ। ਫਿਰ ਅੱਗੇ ਬਿਆਸ ਦੇ ਵਿੱਚੋਂ ਮਿਲ ਜਾਂਦਾ ਤੇ ਅੱਗੋਂ ਉਹ ਐਜ਼ ਵਾਟਰ ਸਪਲਾਈ ਸਾਰੇ ਦੱਖਣੀ ਪੰਜਾਬ ਨੂੰ ਸਪਲਾਈ ਕੀਤਾ ਜਾਂਦਾ। ਬੜੀ ਹੈਰਾਨੀ ਦੀ ਗੱਲ ਹੈ ਔਰ ਇਹ ਜਿਹੜਾ ਹੈ ਵਰਤਾਰਾ ਪਿਛਲੇ ਦਹਾਕਿਆਂ ਤੋਂ ਚੱਲ ਰਿਹਾ। ਤੇ ਕਿੱਦਾਂ ਲੱਗਦਾ ਹੁਣ, ਕਿਉਂਕਿ ਮੱਤੇਵਾੜਾ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਟੈਕਸਟਾਈਲ ਪਲਾਂਟ ਦੇ ਉੱਤੇ ਕਿਤੇ ਨਾ ਕਿਤੇ ਵਿਧਾਨ ਸਭਾ ਦੇ ਵਿੱਚ ਵੀ ਬਹਿਸ ਹੋਈ ਹੈ, CM ਮਾਨ ਵੀ ਕਹਿੰਦੇ ਨਜ਼ਰ ਆਏ ਨੇ, ਉਹ ਕੁਝ ਗੱਲਾਂ ਇਸ ਬਾਰੇ ਬੋਲਦੇ ਨਜ਼ਰ ਆਏ ਨੇ। ਤੁਹਾਨੂੰ ਕੀ ਲੱਗਦਾ ਜੋ ਗੱਲਾਂ CM ਮਾਨ ਨੇ ਇਸ ਬਾਬਤ ਕੀਤੀਆਂ ਨੇ, ਤੁਹਾਡਾ ਉਸ ਬਾਬਤ ਕੀ ਰੁਖ ਹੈ? ਉਹਨਾਂ ਨੇ ਕਿਹਾ ਜੀ ਕਿ ਇੱਕ ਵੀ ਗੰਦੇ ਪਾਣੀ ਦਾ ਤੁਪਕਾ ਜਿਹੜਾ ਹੈਗਾ ਉਹ ਦਰਿਆ ਦਾ ਨਹੀਂ ਹੋਣ ਦਿੱਤਾ ਜਾਊਗਾ। ਉਹ ਭਗਵੰਤ ਸਿੰਘ ਮਾਨ ਜੀ ਨੇ ਸ਼ਾਇਦ ਅਸੀਂ ਤਾਂ ਬੁੱਢੇ ਦਰਿਆ ਦੇ ਉੱਤੇ 15 ਸਾਲ ਤੋਂ ਕੰਮ ਕਰ ਰਹੇ ਹਾਂ ਜੀ। ਉਹਨਾਂ ਨੇ ਸ਼ਾਇਦ ਨਵਾਂ ਇਹ ਮਤਲਬ ਗੱਲਾਂ ਸੁਣਨੀਆਂ ਸ਼ੁਰੂ ਕੀਤੀਆਂ। ਉਹਨਾਂ ਨੂੰ ਸ਼ਾਇਦ ਬਿਊਰੋਕਰੈਟ ਸਮਝਾਉਂਦੇ ਇਹ ਵਾਲੀਆਂ ਗੱਲਾਂ। ਜਿਹੜੀ ਚੀਜ਼ ਪੋਸੀਬਲ ਹੀ ਨਹੀਂ ਹੈ ਉਹਦੇ ਬਾਰੇ ਜੇ ਕੋਈ ਅਸ਼ੋਰੈਂਸ ਦੇ ਰਿਹਾ ਉਹ ਤਾਂ ਇਹ ਗੱਲ ਹੋਗੀ ਕਿ ਬਿੱਲੇ ਦੇ ਸਾਹਮਣੇ ਅਸੀਂ ਦੁੱਧ ਦਾ ਛੰਨਾ ਰੱਖ ਦਿਆਂਗੇ ਤੇ ਮੈਂ ਗਾਰੰਟੀ ਦੇਣਾ ਉਹ ਮੂੰਹ ਨਹੀਂ ਮਾਰੇਗਾ। ਠੀਕ ਹੈ ਜੀ, ਦਿਓ ਗਾਰੰਟੀਆਂ, ਅਸੀਂ ਮੰਨਦੇ ਨਹੀਂ, ਅਸੀਂ ਇਹੋ ਜਿਹੀ ਗਾਰੰਟੀ ਨਹੀਂ ਮੰਨ ਸਕਦੇ। ਉਸ ਜਗ੍ਹਾ 'ਤੇ ਜੇ ਤੁਸੀਂ 1000 ਏਕੜ ਦੇ ਟੈਕਸਟਾਈਲ ਪਾਰਕ ਦੇ ਵਿੱਚ ਇੱਦਾਂ ਦੀ ਇੰਡਸਟਰੀ ਲਗਾ ਵੀ ਲੈਂਦੇ ਹੋ ਜਿਹੜੀ ਕੈਮੀਕਲਸ ਨਹੀਂ ਯੂਜ਼ ਕਰਦੀ, ਪਰ ਕਿਉਂਕਿ ਉਹ ਟੈਕਸਟਾਈਲ ਹੱਬ ਬਣੇਗਾ ਉਹਦੇ ਆਲੇ ਦੁਆਲੇ 10,000 ਏਕੜ ਦੇ ਵਿੱਚ ਇਲੀਗਲ ਇੰਡਸਟਰੀ ਲੱਗ ਜਾਏਗੀ ਜੀ, ਜਿਹੜੀ ਡਾਈਂਗ ਵੀ ਕਰੇਗੀ, ਸਭ ਕੁਝ ਕਰੇਗੀ। ਉਹਨੂੰ ਕਿੱਦਾਂ ਰੋਕੋਗੇ ਤੁਸੀਂ? ਆਲਰੇਡੀ ਹੋਇਆ ਲੁਧਿਆਣੇ ਦੇ ਵਿੱਚ। ਤੇ ਅਸੀਂ ਇੱਦਾਂ ਦਾ ਰਿਸਕ ਲੈ ਹੀ ਨਹੀਂ ਸਕਦੇ, ਅਸੀਂ ਇਹੋ ਜਿਹੇ ਵਿਸ਼ਵਾਸ ਨਹੀਂ ਕਰ ਹੀ ਨਹੀਂ ਸਕਦੇ। ਸੋ ਇੱਕ ਜਦੋਂ ਪ੍ਰੈਸ ਵਾਰਤਾ ਚੱਲ ਰਹੀ ਸੀ ਤੁਸੀਂ ਇੱਕ ਗੱਲ ਇਹ ਵੀ ਆਖੀ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਨੁਮਾਇੰਦੇ ਜੋ ਕਿ ਤੁਹਾਡੀ ਇਸ PAC ਦੇ ਮੈਂਬਰ ਸਨ, ਜੋ ਕਿ ਇਸ ਪੂਰੇ ਜੇਕਰ ਗੱਲ ਕੀਤੀ ਜਾਵੇ ਮੱਤੇਵਾੜਾ ਟੈਕਸਟਾਈਲ ਪਾਰਕ ਜਿਹੜਾ ਬਣ ਰਿਹਾ ਉਸ ਦੇ ਖਿਲਾਫ ਸਨ। ਕੌਣ ਲੋਕ ਸਨ, ਕੌਣ ਉਮੀਦਵਾਰ ਸਨ ਜੋ ਇਸ ਵਕਤ ਤੁਸੀਂ ਕਹਿ ਰਹੇ ਹੋ ਕਿ ਸ਼ਾਇਦ ਮੌਜੂਦਾ ਸਰਕਾਰ ਦੇ ਹਿੱਸੇ ਨੇ ਤੇ ਉਹਨਾਂ ਦੀ ਸਪੀਡ ਜਿਹੜੀ ਬਦਲ ਗਈ ਹੈ? ਦੇਖੋ ਜੋ ਜਿਹੜੇ ਸਾਡੇ ਸਾਥੀਆਂ ਦੀ ਅਸੀਂ ਤੁਸੀਂ ਗੱਲ ਕਰਦੇ ਹੋ, ਇੱਕ ਪੰਜਾਬ ਵਾਤਾਵਰਣ ਚੇਤਨਾ ਲਹਿਰ ਅਸੀਂ ਚਲਾਈ ਸੀਗੀ, ਉਹਦੇ ਸਾਡੇ ਸਰਪ੍ਰਸਤ ਬਾਬਾ ਆਪਣੇ ਬਲਵੀਰ ਸਿੰਘ ਜੀ ਸੀਚੇਵਾਲ ਸੀਗੇ। ਉਸ ਤੋਂ ਪਹਿਲਾਂ ਜਿਵੇਂ ਅਸੀਂ ਗੱਲ ਕੀਤੀ PAC ਦੀ ਤੁਸੀਂ ਪੁੱਛ ਰਹੇ ਹੋ, ਉਹਦੇ ਵਿੱਚ ਇੱਕ ਸੰਸਥਾ ਜਿਨ੍ਹਾਂ ਦੇ ਇੱਥੇ ਆਪਣੇ ਗੁਰਪ੍ਰੀਤ ਸਿੰਘ ਜੀ ਚੰਦਬਾਜਾ ਬੈਠੇ ਵੀ ਸੀ, ਪ੍ਰਧਾਨ ਨੇ ਉਹਦੇ ਮੀਤ ਪ੍ਰਧਾਨ ਉਸੇ ਸੰਸਥਾ ਦੇ ਹੈਗੇ ਨੇ ਸਰਦਾਰ ਕੁਲਤਾਰ ਸਿੰਘ ਸੰਧਵਾਂ ਜੀ, ਜੋ ਕਿ ਸਪੀਕਰ ਨੇ, ਜੋ ਕਿ ਇਸ ਵੇਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ। ਸੋ ਜੀ ਕਿਤੇ ਨਾ ਕਿਤੇ ਗੱਲ ਤੇ ਹੈ ਹੀ ਹੈ ਕਿ ਅਸੀਂ ਉਹਨਾਂ ਨੂੰ ਤੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਚੱਲ ਵੀ ਰਹੇ ਸੀਗੇ ਤੇ ਅਸੀਂ ਉਮੀਦ ਵੀ ਕਰਦੇ ਹਾਂ ਕਿ ਉਹਨਾਂ ਦਾ ਦਿਲ ਜ਼ਰੂਰ ਇਸ ਗੱਲ ਵਾਸਤੇ ਧੜਕਦਾ ਹੈ, ਪਰ ਜੋ ਵੀ ਉਹਨਾਂ ਦੀਆਂ ਮਜਬੂਰੀਆਂ ਹੋਣ ਸਾਡੀਆਂ ਤਾਂ ਨਹੀਂ ਹੈਗੀਆਂ, ਅਸੀਂ ਤਾਂ ਅਪੋਜ਼ ਕਰਾਂਗੇ। ਪਰ ਜੇਕਰ ਗੱਲ ਕੀਤੀ ਜਾਵੇ ਸੰਤ ਸੀਚੇਵਾਲ ਹਣਾ ਦੀ ਤਾਂ ਮਾਨ ਸਰਕਾਰ ਦਾ ਇਹ ਕਹਿਣਾ ਕਿ ਪੰਜਾਬ ਦੇ এনवायरमेंट ਨੂੰ ਬਚਾਉਣ ਦੇ ਲਈ ਹੀ, ਉਸ এনवायरमेंट ਦੀ ਆਵਾਜ਼ ਪਹੁੰਚਾਉਣ ਦੇ ਲਈ ਹੀ ਰਾਜ ਸਭਾ ਦੇ ਵਿੱਚ ਸੰਤ ਸੀਚੇਵਾਲ ਹਣਾ ਨੂੰ ਚੁਣਿਆ ਗਿਆ।
ਨਹੀਂ, ਬੜੀ ਅੱਛੀ ਗੱਲ ਹੈ ਜੀ, ਉਹ ਪਹੁੰਚਾਉਣ ਆਵਾਜ਼, ਪਰ ਅਸੀਂ ਇੱਥੇ ਟੈਕਸਟਾਈਲ ਪਾਰਕ ਵਰਗੇ ਗਲਤ ਡਿਸੀਜਨ ਇੰਪਲੀਮੈਂਟ ਨਹੀਂ ਹੋਣ ਦਿਆਂਗੇ। ਭਾਵੇਂ ਦੇਖੋ ਪੋਲਿਟਿਕਸ ਦੇ ਵਿੱਚ ਸ਼ਾਇਦ ਕਈ ਵਾਰੀ ਤੁਹਾਨੂੰ ਮਤਲਬ ਦੋਨਾਂ ਪਾਸੇ ਦੀ ਸ਼ਾਇਦ ਸੋਚਣੀ ਪੈਂਦੀ ਹੋਊਗੀ। ਅਸੀਂ ਤਾਂ ਇਨਸਾਨੀਅਤ ਦਾ ਸੋਚਣਾ ਹੈ, ਅਸੀਂ ਸਰਬੱਤ ਦੇ ਭਲੇ ਦਾ ਸੋਚਣਾ ਹੈ, ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਸੋਚਣਾ ਹੈ। ਸਾਡੀ ਕੋਈ ਕਿਸੇ ਨਾਲ ਅਸੀਂ ਦੋਸਤੀਆਂ ਨਹੀਂ ਪੁਗਾਣੀਆਂ ਇਸ ਮਾਮਲੇ ਦੇ ਵਿੱਚ, ਤੇ ਅਸੀਂ ਅਪੋਜ਼ ਕਰਾਂਗੇ। ਕੀ ਹੁਣ ਲੱਗਦਾ ਅਗਲਾ ਸਟੈਪ ਆਫ ਐਕਸ਼ਨ ਕੀ ਰਹੇਗਾ? ਕਿਉਂਕਿ ਅੱਜ ਤੁਸੀਂ ਪ੍ਰੈਸ ਵਾਰਤਾ ਦੇ ਵਿੱਚ ਕੁਝ ਗੱਲਾਂ ਕਹੀਆਂ ਨੇ, ਹਾਲਾਂਕਿ ਤੁਸੀਂ ਡਿਸਕ੍ਰਾਈਬ ਕਰਨ ਦੀ ਜਾਂ ਕਹਿ ਲਈਏ ਕਿ ਵਿਸਥਾਰ ਨਾਲ ਦੱਸਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਇਸ ਜੇ ਟੈਕਸਟਾਈਲ ਪਾਰਕ ਲੱਗਦਾ ਤਾਂ ਕੀ ਉਹਦੇ ਨੁਕਸਾਨ ਨੇ, ਕਿਸ ਤਰੀਕੇ ਨਾਲ ਪਾਣੀ, ਪਰ ਹੁਣ ਜੇਕਰ ਇਸ ਚੀਜ਼ਾਂ ਨੂੰ ਸਰਕਾਰ ਨਹੀਂ ਮੰਨਦੀ ਜਾਂ ਫਿਰ ਸਰਕਾਰ ਫਿਰ ਵੀ ਕਹਿੰਦੀ ਹੈ ਕਿ ਆਪਾਂ ਟੈਕਸਟਾਈਲ ਪਾਰਕ ਲਾਣਾ, ਫਿਰ ਕੀ ਇਸ ਦਾ ਪਲਾਨ ਆਫ ਐਕਸ਼ਨ ਅੱਗੇ ਕੀ ਰਹੇਗਾ ਹੁਣ ਇਸ ਦੇ ਖਿਲਾਫ? ਸਾਨੂੰ ਤਾਂ ਜੀ ਕਿਸਾਨ ਜਥੇਬੰਦੀਆਂ ਨੇ ਸਿਖਾਤਾ, ਇੰਨਾ ਹੀ ਦੱਸ ਸਕਦੇ ਹਾਂ, ਇਸ ਤੋਂ ਜ਼ਿਆਦਾ ਅਸੀਂ ਕਹਿਣਾ ਨਹੀਂ ਚਾਹੁੰਦੇ। 10 ਤਰੀਕ ਨੂੰ ਅਸੀਂ ਪ੍ਰੋਗਰਾਮ ਉੱਥੇ ਰੱਖ ਰਹੇ ਹਾਂ, ਸਾਰੇ ਪੰਜਾਬ ਨੂੰ ਬੁਲਾ ਰਹੇ ਹਾਂ, ਪੋਲੀਟੀਕਲ ਲੀਡਰ, ਕਿਸਾਨ ਲੀਡਰ, ਇੰਡਸਟਰੀ ਲੀਡਰ, ਆਮ ਪੰਜਾਬੀ ਵੀ ਭਾਈ ਆਓ ਦੇਖੋ, ਤੁਹਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ। ਵਿਧਾਨ ਸਭਾ ਜਿਹੜੇ ਲੋਕ ਬੈਠੇ ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਕਿ ਹੋ ਕੀ ਰਿਹਾ, ਤੇ ਜਿਹੜੇ 4 ਅਸੀਂ ਦੱਸ ਰਹੇ ਹਾਂ ਕਿ ਜਿਹੜੇ ਹੋ ਕੇ ਉੱਥੇ ਗਏ ਹੈ, ਉਹ ਪਤਾ ਨਹੀਂ ਕਿਉਂ ਉਹਨਾਂ ਦੇ ਮੂੰਹ 'ਚੋਂ ਹੁਣ ਗੱਲ ਨਹੀਂ ਨਿਕਲ ਰਹੀ। ਕੌਣ ਹੋ ਕੇ ਗਿਆ ਜੀ? ਬੀਬੀ ਮਾਣੂਕੇ ਜੀ ਹੋ ਕੇ ਗਏ ਨੇ, ਹਰਪਾਲ ਸਿੰਘ ਚੀਮਾ ਹੋ ਕੇ ਗਏ ਨੇ, ਕੁਲਤਾਰ ਸਿੰਘ ਸੰਧਵਾ ਹੋ ਕੇ ਗਏ ਨੇ, ਤੇ ਇੱਕ ਜਿਹੜੇ ਪ੍ਰਗਟ ਸਿੰਘ ਹੋ ਕੇ ਗਏ ਨੇ, ਉਹਨਾਂ ਨੇ ਤਾਂ ਹੁਣ ਬੋਲ ਦਿੱਤਾ ਹੈ। ਸੋ ਉਹਨਾਂ ਨੇ ਪਹਿਲੇ ਵੀ ਬੋਲਿਆ ਸੀ, ਸੋ ਉਹਨਾਂ ਨੂੰ ਅਸੀਂ ਕ੍ਰੈਡਿਟ ਦਿੰਦੇ ਹਾਂ ਇਸ ਗੱਲ ਦਾ। ਤੇ 4 ਇਹ ਬੰਦੇ ਜਿਹੜੇ ਆ ਉਹ ਵਿਧਾਨ ਸਭਾ 'ਚ ਬੈਠੇ ਆ ਜਿਹੜੇ ਹੋ ਕੇ ਗਏ ਨੇ। ਇੱਕ ਮੁੰਡਿਆਂ ਸਾਹਿਬ ਨੇ ਜਿਹਨਾਂ ਨੇ ਇਹ ਸਵਾਲ ਚੁੱਕਿਆ ਸੀਗਾ, ਉਹ ਤਾਂ ਹੈ ਹੀ ਉਸ ਇਲਾਕੇ ਦੇ ਐਮਐਲਏ, ਤੋਂ ਪਤਾ ਉਹਨਾਂ ਨੂੰ ਵੀ ਸਾਰਾ ਕੁਝ ਹੀ ਹੈ। ਤੇ ਜਿਸ ਤਰੀਕੇ ਤੁਸੀਂ ਕਿਹਾ ਕਿ ਕਿਸਾਨਾਂ ਨੇ ਸਾਨੂੰ ਸਿਖਾ ਦਿੱਤਾ, ਕਿ 10 ਤਰੀਕ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਉਹ ਗਾਹਾਂ ਵਧੂ ਪ੍ਰੋਗਰਾਮ ਹੋਊਗਾ ਕਿ ਉਸੇ ਦਿਨ ਹੀ ਖਤਮ ਹੋ ਜਾਊਗਾ? ਦੇਖੋ ਹਾਲੇ ਅਸੀਂ 10 ਤਰੀਕ ਤੱਕ ਦਾ ਪ੍ਰੋਗਰਾਮ ਲਿਖਿਆ, ਉਹਦੇ ਵਿੱਚੋਂ ਅਗਲੇ ਪ੍ਰੋਗਰਾਮ ਜਿਹੜੇ ਆ ਉਹ ਨਿਕਲਣਗੇ। ਅਸੀਂ ਉਸ ਤੋਂ ਪਹਿਲਾਂ ਕੋਈ ਐਂਟੀਸਿਪੇਟ ਨਹੀਂ ਕਰਨਾ ਚਾਹੁੰਦੇ। ਜਿਸ ਤਰ੍ਹਾਂ ਲੋਕ ਰਾਏ ਬਣੇਗੀ, ਜਿਸ ਤਰ੍ਹਾਂ ਸਾਨੂੰ ਪੰਜਾਬੀਆਂ ਨੂੰ, ਸਾਰੇ ਪੰਜਾਬ ਨੂੰ ਠੀਕ ਲੱਗੂਗਾ, ਉੱਦਾਂ ਚੱਲਿਆ ਜਾਏਗਾ। ਇੱਕ ਗੱਲ ਇਹਦੇ 'ਚ ਇਹ ਵੀ ਸਾਹਮਣੇ ਆ ਰਹੀ ਕਿ ਇਹ ਪ੍ਰੋਜੈਕਟ ਜਿਹੜਾ ਇਕੱਲੇ ਸੂਬੇ ਸਰਕਾਰ ਦਾ ਨਹੀਂ ਬਲਕਿ ਸੈਂਟਰ ਸਰਕਾਰ ਦਾ ਵੀ ਇਸ ਦੇ ਵਿੱਚ ਰੋਲ ਹੈ। ਕਿੰਨੀ ਪਰਸੈਂਟੇਜ ਸੈਂਟਰ ਦੀ ਹੈ ਤੇ ਕਿੰਨੀ ਸੂਬੇ ਦੀ ਹੈ, ਤੇ ਕੀ ਇਹ ਸਿਰਫ ਸੂਬੇ ਸਰਕਾਰ ਦੇ ਖਿਲਾਫ ਲੜਾਈ ਤੁਹਾਡੀ ਜਾਰੀ ਰਹੂਗੀ ਕਿ ਸੈਂਟਰ ਵੱਲੋਂ ਵੀ ਰੋਕ ਕੀਤਾ ਜਾਊਗਾ? 49% ਸੈਂਟਰ ਦਾ ਹੈ, 51% ਸੂਬੇ ਦਾ ਹੈ। ਜ਼ਿਆਦਾ ਵੱਡੀ ਨਲਾਇਕੀ ਸੂਬੇ ਦੀ ਹੈ, ਕਿਉਂਕਿ ਸਾਈਟ ਸਿਲੈਕਸ਼ਨ ਸੂਬੇ ਦੇ ਅਧਿਕਾਰ ਖੇਤਰ 'ਚ ਆਉਂਦਾ ਸੀਗਾ। ਜਿਹੜੀ ਜਗ੍ਹਾ ਦੇਣੀ ਸੀਗੀ ਉਹ ਸੂਬੇ ਨੇ ਦੇਣੀ ਸੀ, ਤੇ ਸਾਡੀ ਤਾਂ ਲੜਾਈ ਜਗ੍ਹਾ ਦੀ ਹੈ। ਅਸੀਂ ਤਾਂ ਇਹ ਕਹਿ ਨਹੀਂ ਰਹੇ ਕਿ ਇੰਡਸਟਰੀ ਨਾ ਆਵੇ, ਅਸੀਂ ਤਾਂ ਕਹਿ ਰਹੇ ਜਿੱਥੇ ਤੁਸੀਂ ਲਗਾ ਰਹੇ ਹੋ ਉਹ ਬਹੁਤ ਹੀ ਈਕੋ ਸੈਂਸਿਟਿਵ ਜਗ੍ਹਾ ਹੈ, ਬੜਾ ਫਰੇਜਾਈਲ ਜਗ੍ਹਾ ਹੈ, ਸਤਲੁਜ ਦਾ ਹੜ੍ਹ ਦਾ ਮੈਦਾਨ ਹੈ, ਗਰਾਊਂਡ ਵਾਟਰ ਰੀਚਾਰਜਿੰਗ ਖਰਾਬ ਹੋ ਜਾਏਗੀ, ਹੋਰ ਬੜੇ ਨੁਕਸਾਨ ਹੋ ਜਾਣਗੇ। ਉਹ ਜਗ੍ਹਾ ਬਿਲਕੁਲ ਠੀਕ ਨਹੀਂ ਹੈ, ਉੱਥੋਂ ਹਟ ਜਾਓ। ਤੇ ਇਹ ਸੂਬਾ ਸਰਕਾਰ ਜਿਹੜੀ ਆ ਮੇਨ ਕਲਪਰੇਟ ਹੈ, ਪਰ ਜਿਹੜੀ ਸੈਂਟਰ ਸਰਕਾਰ ਵੀ ਹੈ ਉਹ PM ਮਿੱਤਰਾ ਸਕੀਮ ਦੇ ਵਿੱਚ ਇਹਨੂੰ ਲੈ ਕੇ ਆਈ ਹੈ ਜੀ। PM ਮਿੱਤਰਾ ਸਕੀਮ ਦਾ ਜੇ ਤੁਸੀਂ ਨੋਟੀਫਿਕੇਸ਼ਨ ਪੜ੍ਹੋ, ਉਹਦਾ ਆਬਜੈਕਟਿਵ ਹੀ ਇਹ ਕਹਿੰਦਾ ਹੈ ਕਿ ਯੂਨਾਈਟਿਡ ਨੇਸ਼ਨ ਦੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਵਾਸਤੇ ਅਸੀਂ ਇਹ ਸਕੀਮ ਬਣਾ ਰਹੇ ਹਾਂ। ਵੀ ਭਾਈ ਕਿਹੜੀ ਸਸਟੇਨੇਬਲ ਡਿਵੈਲਪਮੈਂਟ ਜੇ ਤੁਸੀਂ ਇਹੋ ਜਿਹੇ ਇਲਾਕੇ ਦੇ ਨੂੰ ਉਜਾੜਤਾ ਲਿਆ ਕੇ, ਤਾਂ ਇਹ ਇੱਕ ਬਿਊਰੋਕਰੈਟਸ ਨੇ ਸ਼ਾਇਦ ਪੜ੍ਹਿਆ ਹੀ ਨਹੀਂ ਹੈਗਾ ਕਿ ਕੀ ਲਿਖੀ ਜਾਂਦੇ ਆ। ਉਹ ਜਿਹਨੂੰ ਕਹਿੰਦੇ ਅੰਗਰੇਜ਼ੀ ਵਿੱਚ ਕਿ ਰਾਈਟ ਹੈਂਡ ਡਜ਼ਨਟ ਨੋ ਵਾਟ ਦ ਲੈਫਟ ਇਜ਼ ਡੂਇੰਗ। ਇਹ ਪ੍ਰੋਬਲਮ ਹੈ। ਓਕੇ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜਸਕੀਰਤ ਜੀ ਤੁਹਾਡਾ। ਬਹੁਤ ਧੰਨਵਾਦ ਜੀ। ਸੋ ਸਾਡੇ ਨਾਲ PSC ਦੇ ਮੈਂਬਰ ਜਸਕੀਰਤ ਸਿੰਘ ਜੀ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਮੱਤੇਵਾੜਾ ਟੈਕਸਟਾਈਲ ਪਾਰਕ ਜੇਕਰ ਸਤਲੁਜ ਦੇ ਕੰਢੇ ਆ ਜਾਂਦਾ ਤਾਂ ਉਸਦੇ ਕੀ ਨੁਕਸਾਨ ਨੇ। ਹਾਲਾਂਕਿ ਬੁੱਢਾ ਨਾਲਾ ਦੀ ਜੇਕਰ ਗੱਲ ਕੀਤੀ ਜਾਵੇ, ਜੋ ਕਿਸੇ ਸਮੇਂ ਬੁੱਢਾ ਦਰਿਆ ਹੁੰਦਾ ਸੀ, ਅੱਜਕੱਲ੍ਹ ਬੁੱਢਾ ਨਾਲਾ ਨਾਮ ਨੂੰ ਜਾਣਿਆ ਜਾਂਦਾ, ਉਸ ਨੂੰ ਸਾਫ਼ ਕਰਨ ਲਈ ਲਗਾਤਾਰ ਪਿਛਲੇ 15 ਸਾਲਾਂ ਤੋਂ ਯਤਨ ਕਰ ਰਹੇ ਨੇ। ਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਟੈਕਸਟਾਈਲ ਪਾਰਕ ਦੀ ਜੇ ਲੱਗਤ ਦੀ ਗੱਲ ਕਰੀਏ ਤਾਂ 49% ਇਹਨਾਂ ਦੱਸਿਆ ਕਿ ਹਿੱਸਾ ਕੇਂਦਰ ਸਰਕਾਰ ਦਾ ਹੈ ਤੇ 51% ਜਿਹੜਾ ਹਿੱਸਾ ਹੈ ਉਹ ਸੂਬਾ ਸਰਕਾਰ ਦਾ। ਤੇ ਅਸਲ ਦੇ ਵਿੱਚ ਨਲਾਇਕੀ ਜਿਹੜੀ ਉਹ ਸੂਬਾ ਸਰਕਾਰ ਦੀ ਦੱਸੀ ਗਈ, ਕਿਉਂਕਿ ਸੂਬਾ ਸਰਕਾਰ ਨੇ ਹੀ ਇਹ ਜਗ੍ਹਾ ਜਿਹੜੀ ਹੈ ਪ੍ਰਪੋਜ਼ ਕੀਤੀ ਹੈ। ਤੇ ਹਾਲਾਂਕਿ ਇਹਨਾਂ ਦਾ ਇਹ ਕਹਿਣਾ ਕਿ ਸਾਨੂੰ ਇੰਡਸਟਰੀ ਤੋਂ ਕੋਈ ਦੁੱਖ ਨਹੀਂ ਹੈ, ਇੰਡਸਟਰੀ ਜ਼ਰੂਰ ਆਉਣੀ ਚਾਹੀਦੀ ਹੈ, ਡਿਵੈਲਪਮੈਂਟ ਜ਼ਰੂਰੀ ਹੈ, ਪਰ ਜਿਹੜੀ ਜਗ੍ਹਾ ਇਸ ਇੰਡਸਟਰੀ ਦੇ ਲਈ ਉਲੀਕੀ ਗਈ ਹੈ, ਜਿਹੜੀ ਮਿਥੀ ਗਈ ਹੈ, ਉਸ ਜਗ੍ਹਾ ਨੂੰ ਬਦਲਣ ਦੀ ਲੋੜ ਹੈ। ਕੈਮਰਾ ਪਰਸਨ ਪ੍ਰਵੀਨ ਦੇ ਨਾਲ ਸਾਹਿਲ ਨਰੂਲਾ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ। ਕਾਲੇ ਇਲਮ ਤੇ ਰੂਹਾਨੀ ਇਲਮਾਂ ਦੇ ਮਾਹਿਰ ਬਾਬਾ ਆਲਮ ਸ਼ਾਹ ਜੀ 5 ਮਿੰਟਾਂ ਦੇ ਵਿੱਚ ਕਾਲੇ ਇਲਮ ਦਾ ਸਮਾਧਾਨ ਗਰੰਟਡ ਕਰਵਾਓ। ਅਸੀਂ ਕਹਿੰਦੇ ਨਹੀਂ, ਕਰਕੇ ਦਿਖਾਉਨੇ ਆ। ਨੰਬਰ ਨੋਟ ਕਰੋ 9915 17717। ਸਮੱਸਿਆ ਜਿਵੇਂ ਲਵ ਮੈਰਿਜ, ਮਨਚਾਹਿਆ ਪਿਆਰ, ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਕਾਰੋਬਾਰ ਦਾ ਨਾ ਚੱਲਣਾ, ਗ੍ਰਹਿ ਕਲੇਸ਼, ਵਿਆਹ ਦੇ ਲਈ ਮਾਂ-ਬਾਪ ਦੀ ਮਨਜ਼ੂਰੀ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਦੇ ਵਿੱਚ ਪੱਕਾ ਹੋਣਾ, ਕੋਰਟ ਕਚਹਿਰੀ, ਸੌਤਨ ਦੁਸ਼ਮਣ ਤੋਂ ਛੁਟਕਾਰਾ। ਸਵਾਲ ਪੁੱਛਣ ਦੀ ਕੋਈ ਫੀਸ ਨਹੀਂ। ਕਿਸੇ ਦੁਖੀ ਭੈਣ ਭਰਾ ਦਾ ਪਤੀ ਪ੍ਰੇਮੀ ਬੇਟਾ ਕਿਸੇ ਦੇ ਵਸ਼ ਵਿੱਚ ਹੈ ਤਾਂ ਤੁਰੰਤ ਸੰਪਰਕ ਕਰੋ। ਘਰ ਬੈਠੇ ਫੋਨ ਤੇ ਹਰ ਸਮੱਸਿਆ ਦਾ ਹੱਲ ਕਰਵਾਓ। ਪਤਾ ਲੁਧਿਆਣਾ। ਨੰਬਰ ਨੋਟ ਕਰੋ 9915 17717। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।